ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 163ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ ਰਹਾਓ। ਰਾਮ ਰਸਾਇਣ ਜੋ ਜਨ ਗੀਦੇ, चरण कमल प्रेम भक्ति बीदे रहाओ। आन रसादी से सब छार, ना बिना ने फल संसार। अंधकूप ते काढ़े आप, गुण गोविंद अश्चरज प्रताप। वण तृण त्रिवण पूरन गोपाल, ब्रह्म पसार जी संग दयाल। कौ नानक सा कथनी सार, मान लेत जिस सिरजनहार। वण तृण त्रिवण पूरन गोपाल, ब्रह्म पसार जी संग दयाल। कौ नानक सा कथनी सार, मान लेत जिस ਸਿਰਜਣਹਾਰ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਿਹੜੇ ਗੁਰਮੁਖ ਸੇਵਕ ਜਿਨ੍ਹਾਂ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਨਾਲ ਆਪਣਾ ਮਨ ਲਗਾਇਆ ਹੈ ਜੀ, ਅਤੇ ਉਹਨਾਂ ਨੇ ਆਪਣੇ ਆਪ ਨੂੰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਰੋਜ਼ ਦੀ ਜ਼ਿੰਦਗੀ ਵਿੱਚ ਲਿਆਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਤੇ ਮਾਨੋ ਬੀਤੇ ਗਏ ਹਨ ਜੀ, ਭਾਵ ਗਿੱਝ ਗਏ ਹਨ ਜੀ। ਭਾਵ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਸਵਾਦ ਆਉਂਦਾ ਹੈ ਜੀ, ਅਤੇ ਉਹਨਾਂ ਨੂੰ ਉਸ ਚੀਜ਼ ਦੀ ਆਦਤ ਪੈ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੇ ਹਿਰਦੇ ਅਤੇ ਮਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਿਆਰ ਕਰਕੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲਾਂ ਦੀ ਪ੍ਰੇਮਾ ਭਗਤੀ ਨਾਲ ਉਹਨਾਂ ਦੇ ਮਨ ਬੀਧੇ ਗਏ ਹਨ ਜੀ, ਭਾਵ ਵਿੰਨੇ ਗਏ ਹਨ ਜੀ। ਭਾਵ ਉਹਨਾਂ 'ਤੇ ਅਸਰ ਹੋ ਗਿਆ ਹੈ ਜੀ, ਉਹ ਪਰਮੇਸ਼ਰ ਨਾਲ ਜੁੜ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਜਿਹੇ ਗੁਰਮੁਖ ਸੇਵਕਾਂ ਨੂੰ ਹੋਰ ਕਿਸੇ ਤਰ੍ਹਾਂ ਦਾ ਰਸ ਸਵਾਦ ਮਿੱਟੀ ਸੁਆਹ ਸਮਾਨ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਉਹਨਾਂ ਨੂੰ ਸਾਰਾ ਜਗਤ ਸੰਸਾਰ ਫਜ਼ੂਲ ਐਵੇਂ ਹੀ ਫਲਹੀਣ ਹੀ ਨਜ਼ਰ ਆਉਂਦਾ ਹੈ ਜੀ। ਭਾਵ ਇਹ ਜ਼ਿੰਦਗੀ ਵੀ ਇੱਕ ਆਉਣਾ ਜਾਣਾ ਖੇਡ ਹੈ, ਇਸ ਦੀ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਨੇ ਆਪ ਆਪਣੀ ਮਿਹਰ ਕਿਰਪਾ ਕਰਕੇ ਅਗਿਆਨਤਾ ਦੀ ਰੂਪੀ ਖੂਹ ਵਿੱਚੋਂ ਬਾਹਰ ਕੱਢ ਲਿਆ ਹੈ ਜੀ। ਭਾਵ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ, ਪਰਮੇਸ਼ਰ ਨਾਲ ਜੁੜੇ, ਅਤੇ ਪਰਮੇਸ਼ਰ ਨੇ ਵੀ ਫਿਰ ਆਪਣੀ ਮਿਹਰ ਕਿਰਪਾ ਕਰਕੇ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਆਪਣੇ ਨਾਲ ਲਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਸਭ ਕੁਝ ਉਸ ਪਰਮੇਸ਼ਰ ਰੂਪ ਗੋਬਿੰਦ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਣ ਦਾ ਹੀ ਅਦਭੁਤ ਅਚਰਜ ਪ੍ਰਤਾਪ ਅਤੇ ਵਡਿਆਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਜੰਗਲ ਵਿੱਚ ਘਾਹ ਹਰਿਆਵਲ ਵਿੱਚ ਤਿੰਨ ਭਵਨਾ ਭਾਵ ਸਾਰੇ ਜਗ ਸੰਸਾਰ ਵਿੱਚ ਪਰਮੇਸ਼ਰ ਗੋਪਾਲ ਪਰਿਪੂਰਨ ਹੈ। ਭਾਵ ਇਹ ਸਾਰਾ ਕੁਛ ਜੰਗਲ ਬਾਹਰ ਸ਼ਹਿਰ ਪਿੰਡ ਦੇਸ਼ ਵਿਦੇਸ਼
ਸਾਰਾ ਕੁਛ ਉਸ ਸਿਰਜਣਹਾਰ ਦਾ ਹੀ ਸਿਰਜਿਆ ਹੋਇਆ ਹੈ ਜੀ। ਇਹ ਸ੍ਰਿਸ਼ਟੀ ਉਸੇ ਦੀ ਸਜਾਈ ਹੋਈ ਹੈ ਜੀ। ਇਹ ਉਸੇ ਦਾ ਹੀ ਪਰਿਪੂਰਨ ਪਸਾਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਸਾਰਾ ਪਸਾਰ ਪਾਰ ਬ੍ਰਹਮ ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਿਰਜਣਹਾਰ ਕਰਤਾ ਪੁਰਖ ਦਿਆਲੂ ਜੀਆਂ ਦੇ ਨਾਲ ਭਾਵ ਗੁਰਮੁਖਾਂ ਦੇ ਨਾਲ ਅੰਗ ਸੰਗ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਕਥਨੀ ਸ਼੍ਰੇਸ਼ਟ ਕਥਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਨੂੰ ਸਿਰਜਣਹਾਰ ਪਰਮੇਸ਼ਰ ਮਾਣ ਅਤੇ ਤਾਣ ਦਿੰਦਾ ਹੈ ਜੀ, ਭਾਵ ਮੰਨ ਲੈਂਦਾ ਹੈ ਜੀ, ਪਰ ਆਪਣੇ ਦਰਬਾਰ ਵਿੱਚ ਕਬੂਲ ਪ੍ਰਵਾਨ ਕਰ ਲੈਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ ਕਉ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਣਹਾਰ। ਗੁਰੂ ਜੀ ਕਹਿੰਦੇ ਹਨ ਕਿ ਉਸ ਤਰ੍ਹਾਂ ਦੀ ਕਥਨੀ ਕਰਨੀ ਚਾਹੀਦੀ ਹੈ ਜਿਸ ਨੂੰ ਜਿਹੜਾ ਰਾਹ ਪਰਮੇਸ਼ਰ ਦੇ ਰਸਤੇ ਜਾਂਦਾ ਹੋਵੇ, ਉਸ ਨਾਲ ਜੁੜਨ 'ਚ ਜਾਂਦਾ ਹੋਵੇ, ਜਿਹੜੀ ਕਿ ਸਾਡੀ ਗੁਰਬਾਣੀ ਸਾਨੂੰ ਗੁਰੂਆਂ ਨੇ ਬਖਸ਼ੀ ਹੈ, ਜਿਹੜਾ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਗੁਰਸ਼ਬਦ ਗੁਰਬਾਣੀ ਨਾਮ ਕਥਨੀ ਨੂੰ ਸਿਰਜਣਹਾਰ ਕਰਤਾ ਪੁਰਖ ਪਰਮੇਸ਼ਰ ਮੰਨ ਲੈਂਦਾ ਹੈ ਜੀ, ਭਾਵ ਮਨਜ਼ੂਰ ਕਰ ਲੈਂਦਾ ਹੈ ਜੀ। ਸਾਨੂੰ ਉਹੀ ਭਗਤੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਅਪਣਾਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਤੁਸੀਂ ਵੀ ਆਪਣੇ ਮਨ ਅਤੇ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੰਭਾਲ ਕੇ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਕਥਨੀ ਨੂੰ ਧਾਰਨਾ ਹੈ ਜੀ, ਅਤੇ ਫਿਰ ਉਸ ਸਿਰਜਣਹਾਰ ਪਰਮੇਸ਼ਰ ਤੋਂ ਆਦਰ ਸਤਿਕਾਰ ਮਿਲਣਾ ਹੈ ਜੀ, ਭਾਵ ਉਸ ਪਰਮੇਸ਼ਰ ਸਿਰਜਣਹਾਰ ਨਾਲ ਮਿਲਣ ਦਾ ਮੌਕਾ ਬਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਗੁਰਮੁਖ ਗੁਰਸ਼ਬਦ ਗੁਰਬਾਣੀ ਦੇ ਨਾਮ ਰਸ ਦੇ ਭੌਰੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਰਸ ਤੋਂ ਬਿਨਾਂ ਹੋਰ ਕੋਈ ਰਸ ਚੰਗਾ ਨਹੀਂ ਲੱਗਦਾ ਜੀ। ਉਹਨਾਂ ਦੀ ਸੁਰਤ ਮਨ ਅਤੇ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਗਿੱਧੇ ਭਾਵ ਗਿੱਝ ਗਏ ਹਨ। ਉਹਨਾਂ ਨੂੰ ਆਦਤ ਪੈ ਗਈ ਹੈ ਜੀ। ਉਹਨਾਂ ਨੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਸਿਮਰਿਆ ਹੈ ਜੀ, ਧਾਰਨ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਉਹਨੂੰ ਸੰਸਾਰਕ ਰਸਾਂ ਤੋਂ ਭਾਵ ਮਾਇਆਵੀ ਵਿਕਾਰਾਂ ਤੋਂ ਨਿਰਲੇਪ ਰਹਿੰਦੇ ਹਨ ਜੀ, ਅਤੇ ਹਮੇਸ਼ਾ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨਾਂ ਕਮਲਾਂ ਦੇ ਸਦਾਈ ਹੋ ਕੇ ਭਾਵ ਭੰਵਰੇ ਹੋ ਕੇ ਜਿਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਡੀ ਗੁਰਬਾਣੀ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਕਥਨੀ ਹੀ ਉੱਤਮ ਸ੍ਰੇਸ਼ਟ ਹੈ ਜੀ, ਜਿਸ ਨਾਲ ਪਰਮੇਸ਼ਰ ਨੂੰ ਸਮਝਣ ਦੀ ਅਤੇ ਆਪਣੇ ਆਪ ਨੂੰ ਸਮਝਣ ਦੀ ਇੱਕ ਸੁਨਹਿਰੀ ਮੌਕਾ ਮਿਲਦਾ ਹੈ ਜੀ।
ਅਤੇ ਸਿਰਜਣਹਾਰ ਕਰਤਾ ਪੁਰਖ ਨੂੰ ਗੁਰਸ਼ਬਦ ਗੁਰਬਾਣੀ ਨਾਮ ਨੂੰ ਰਸਾਇਣ ਕਰਨਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨਿੱਕਾ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।